ओम शांति। आज के महावाक्य 27/5/22 ਦੇ। मिठे बच्चे, विचार सागर मंथन कर भारत दी हिस्ट्री जोग्राफी ਅਤੇ नई दुनिया ਦਾ संवत सिद्ध करके दसो। दसो कि कल्प दी आयु सिद्ध हो जाएगी। जो दसांगे ना, कल्प दी आयु सिद्ध हो जाएगी, क्योंकि बाबा ने सानू सारा टाइम पीरियड दसिया होया। 5000 साल का साइकिल है, ਉਹਦੇ ਚ 1250 ਸਾਲ ਦੇ ਇੱਕ ਯੁੱਗ ਹੈ। ਉਹਦੇ ਚ ਫਿਰ ਕਿੱਦਾਂ ਜਨਮ ਲੈਤੇ ਸਾਰਾ ਕੁਝ ਦੱਸਿਆ ਹੈ। ਸ਼ਾਸਤਰਾਂ ਮੰਗਰ ਨਹੀਂ ਹੈ ਕਿ 40,000 ਸਾਲ ਦਾ ਕਲਯੁਗ ਹੈ ਤਾਂ ਫਿਰ ਦੁਆਪਰ ਉਦੋਂ ਵੀ ਦੁਗਣਾ ਹੋ ਗਿਆ, ਤ੍ਰੇਤਾ ਉਦੋਂ ਵੀ ਤਿਗਣਾ ਹੋ ਗਿਆ, ਫਿਰ ਸਤਯੁਗ ਚੌਗਣਾ ਹੋ ਗਿਆ। ਉਹ ਪਤਾ ਹੀ ਨਹੀਂ ਕਿਸੇ ਨੂੰ, ਉਹ ਉਡਾ ਹੀ ਦਿੱਤਾ। ਫਿਰ ਸੋ ਬਾਬਾ ਨੇ ਕਿਹਾ ਤੁਹਾਨੂੰ ਬੱਚਿਆਂ ਨੂੰ ਧੁਨ ਲੱਗੀ ਚਾਹੀਦੀ ਹੈ। ਪ੍ਰਸ਼ਨ ਹੈ ਤੁਸੀਂ ਬੱਚਿਆਂ ਨੂੰ ਕਿਹੜੀ ਧੁਨ ਲੱਗੀ ਰਹੇ ਕਿ ਜਿਹੜੀ ਮਨੁੱਖ ਆਤਮਾ ਨੂੰ ਨਹੀਂ ਹੈ। ਉੱਤਰ ਚ ਬਾਬਾ ਕਹਿੰਦੇ ਤੁਹਾਨੂੰ ਧੁਨ ਲੱਗੀ ਹੋਈ ਹੈ ਕਿ ਤੁਸੀਂ ਇਹ ਪੂਰਾ ਸੰਸਾਰ ਦਾ ਬੇੜਾ ਜਿਹੜਾ ਡੁੱਬ ਰਿਹਾ ਨਾ ਵਿਕਾਰਾਂ ਚ, ਉਹਨੂੰ ਉਤਾਰਨਾ। ਸੱਚੀ ਸੱਚੀ ਸਤਿ ਨਾਰਾਇਣ ਦੀ ਕਥਾ ਸੁਣਾਣੀ ਹੈ। ਉਹ ਬਾਬਾ ਨੇ ਦੱਸੀ ਹੈ ਨਾ, ਇਹ ਮੁਰਲੀ ਹੀ ਸਤਿ ਨਾਰਾਇਣ ਦੀ ਕਥਾ। ਜਿਹੜੇ ਅੱਜ ਕੱਲ ਸੰਸਾਰੀ ਇਨਵੈਂਸ਼ਨਸ ਹੋ ਰਹੀਆਂ, ਬਹੁਤ ਪ੍ਰੋਗਰੈਸ ਕਰ ਰਹੇ, ਵੱਡੇ ਵੱਡੇ ਘਰ ਬਣਾ ਰਹੇ, ਬਿਜਲੀਆਂ ਬਣਾ ਰਹੇ, ਕਿਆ ਕਿਆ ਕੁਛ ਕੱਢ ਰਹੇ। ਸੋ ਬਾਬਾ ਨੇ ਕਿਹਾ ਉਹ ਸਾਰਾ ਤਾਂ ਉન્નਤੀ ਚ ਨਹੀਂ ਹੈ, ਉਹ ਤਾਂ ਸਾਰਾ ਕੁਛ ਨੀਚੇ ਗਿਰਦਾ। ਸੱਚੀ ਉન્નਤੀ ਤਾਂ ਸਤਯੁਗ ਚ ਹੀ ਹੁੰਦੀ ਹੈ ਔਰ परमात्मा ही आकर ਦੱਸਦਾ। ओम शांति। गरीब नवाज आया ਤਾਂ ਹੈ, ਪਰ ਉਹਦੀ ਸੱਚੀ ਸੱਚੀ ਤਾਰੀਖ ਕਿਸੇ ਨੂੰ ਨਹੀਂ ਪਤਾ। ਉਹਦਾ ਡੇਟ ਨਹੀਂ ਪਤਾ, ਸੰਵਤ ਮਨਾ ਟਾਈਮ ਨਹੀਂ ਪਤਾ। ਲਿਖਿਆ ਵੀ ਹੋਇਆ ਨਾ ਗ੍ਰੰਥ ਤਿਥਵਾਰ ਨਾ ਜੋਗੀ ਜਾਣੇ ਰੁੱਤ ਮਹਾ ਨਾ ਕੋਏ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋ। ਕੋਈ ਨਹੀਂ ਲਿਖ ਸਕਦਾ। ਜਿਨ੍ਹਾਂ ਨੇ ਵੀ ਜੋ ਡੇਟਸ ਲਿਖੀ ਹੈ, ਤਿਥ ਕਹਿੰਦੇ ਆ ਡੇਟ ਨੂੰ, ਵਾਰ ਦਾ ਨਹੀਂ ਪਤਾ, ਤਿਥ ਦਾ ਨਹੀਂ ਪਤਾ, ਉਹ ਸਵੇਰੇ ਆਇਆ ਸ਼ਾਮੀ ਆਇਆ ਇਹ ਵੀ ਨਹੀਂ ਪਤਾ, ਕੁਛ ਨਹੀਂ ਪਤਾ। ਉਹ ਸ੍ਰਿਸ਼ਟੀ ਨੂੰ ਸਾਜਣ ਵਾਲਾ ਉਹੀ ਜਾਣਦਾ। ਸੋ ਉਹਨੂੰ ਗਰੀਬ ਨਿਵਾਸ ਕਿਹਾ ਗਿਆ। ਤਾਂ ਜਿੱਦਾਂ ਲక్ష్ਮੀ ਨਾਰਾਇਣ ਸਤਯੁਗ ਆਦਿ ਚ ਸੀਗੇ ਤਾਂ ਉਹਨਾਂ ਦਾ ਸੰਵਤ ਚੱਲਦਾ, ਉਹਨਾਂ ਦਾ ਟਾਈਮ ਸੀਗਾ। ਕਿੰਨੇ ਟਾਈਮ, ਕਿਹੜੇ ਟਾਈਮ ਆਏ, ਕਿੰਨੇ ਟਾਈਮ ਰਹੇ। ਸੋ ਗੁਰੂ ਨਾਨਕ ਦਾ ਵੀ ਜਨਮ ਹੋਇਆ ਤਾਂ ਉਹਨਾਂ ਦਾ ਵੀ ਟਾਈਮ ਪੀਰੀਅਡ ਦੱਸਿਆ ਹੋਇਆ। ਪਰਮਾਤਮਾ ਕਦੋਂ ਆਇਆ ਇਹ ਕਿਸੇ ਨੂੰ ਨਹੀਂ ਪਤਾ। ਸੋ ਲక్ష్ਮੀ ਨਾਰਾਇਣ ਨੇ ਰਾਜੇ ਕੀਤਾ ਤਾਂ ਕਹਿੰਦੇ ਆ ਨਾ 5000 ਸਾਲ ਦੀ ਗੱਲ। ਸੋ ਬਾਬਾ ਨੇ ਕਿਹਾ शिव बाबा आया फिर गीता जयंती हो, क्योंकि शिव बाबा ने जो मुरली चलाई, जो ज्ञान देता, वो फिर गीता जयंती होगी। वो तो उसी टाइम में हो गया ना। फिर कृष्ण जयंती, कृष्ण का जो जन्म होता ਉਹਦਾ फर्क पै जाता। सो ये सारिया गल्लां विचार सागर मंथन करो, सोचो गहराई नाल ते पब्लिक नू समझाओ, लोकां नू समझाओ कि सच की है। विकर्मी संवत की है ते विकर्माजीत संवत की है। ਉਹ ਸਾਰਾ ਕੁਝ ਸਾਨੂੰ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਆਉਣੀ ਚਾਹੀਦੀ। ਇਹ ਵਰਲਡ ਦੀ ਹਿਸਟਰੀ ਜੀਓਗ੍ਰਾਫੀ ਕਿੱਦਾਂ ਘੁੰਮਦੀ ਹੈ, ਭਾਰਤ ਦੀ ਹਿਸਟਰੀ ਜੀਓਗ੍ਰਾਫੀ ਕਿੱਦਾਂ ਰਿਪੀਟ ਹੁੰਦੀ ਹੈ, ਇਹ ਸਾਰੀ ਸਾਨੂੰ ਚੰਗੀ ਤਰ੍ਹਾਂ ਸਮਝ ਹੋਏ ਤਾਂ ਕਿ ਅਸੀਂ ਦੂਜਿਆਂ ਨੂੰ ਸਮਝਾ ਸਕੀਏ। ਹਿਸਾਬ ਕਰਨਾ ਬਾਬਾ ਸਿਖਾ ਰਹੇ। 5000 ਸਾਲ ਪਹਿਲਾਂ ਦੀ ਗੱਲ, ਲక్ష్ਮੀ ਨਾਰਾਇਣ ਆਏ ਸੀ, है ना। फिर 3750 वर्ष हुए राम सीता है, फिर उन्होंने का कुल चले। फिर विक्रमी संवत शुरू हो गया, विकारां दा टाइम आ गया। फिर वो 2500 वर्ष चले। सो टाइम दसिया होया ना, बाबा ने तो टाइम दसिया होया, पर भक्ति मार्ग च कोई टाइम नहीं पता।
उस तो बाद इस्लामी आए, उस तो बाद बौद्धी आए, उस तो बाद क्रिश्चियन आए। ये सारा सैटिंग दसी हुई बाबा ने ਕਿਹੜੇ ਕਿਹੜੇ ਟਾਈਮ ਤੇ ਹੈ। ਤਾਂ ਹੁਣ ਤੁਸੀਂ ਜਾਣਦੇ ਹੋ ਕਿ ਅਸੀਂ ਹੁਣ ਪੂਰਾ ਚੱਕਰ ਲਗਾ ਲਿਆ। ਹੁਣ ਅਸੀਂ ਦੇਵੀ ਦੇਵਤਾ ਬਣ ਰਹੇ। ਪਹਿਲਾਂ ਬ੍ਰਾਹਮਣ ਬਣੇ, ਹੁਣ ਦੇਵਤਾ ਬਣਾਈ। ਬ੍ਰਾਹਮਣ ਬਣੇ ਤਾਂ ਗਿਆਨ ਸਿੱਖਿਆ ਨਾ, ਬ੍ਰਾਹਮਣ ਸੋ ਫਿਰ ਦੇਵਤਾ ਬਣ। ਸੋ ਬਾਬਾ ਨੇ ਕਿਹਾ ਝਾੜ ਦਾ ਚਿੱਤਰ ਦੇਖੋ, ਸੀੜੀ ਦਾ ਚਿੱਤਰ ਦੇਖੋ। ਸੀੜੀ ਦੇ ਚਿੱਤਰ ਤੇ ਤਾਂ ਬਹੁਤ ਅੱਛੀ ਤਰ੍ਹਾਂ ਐਕਸਪਲੇਨ ਕੀਤਾ ਹੈ कि लक्ष्मी नारायण किदा उतर रहे हैं नीचे और किन्ने जन्म लेते और किन्ना टाइम वो उस राज्य च रहे। सतयुग किन्ना टाइम रहा, त्रेता युग किन्ना टाइम रहा। सारिया गल्लां परमात्मा जा करता सृष्टि को साजे वही दसदा। सो भारत च कदों की कुछ होया कुछ पता नहीं। सो भारत च एक ਜਿਹੜਾ ਉਹਨਾਂ ਦਾ ਕੋਟ ਆਫ ਆਰਮਰਸ ਹੈ, ਉਹ 3 ਮੂੰਹ ਦਿਖਾਉਂਦੇ ਆ ਸ਼ੇਰ ਦੇ, ਕੋਟ ਆਫ ਆਰਮਰਸ। ਤਾਂ ਉਹਦਾ ਅਸ਼ੋਕ ਪਿਲਰ ਉਹ ਕਈ ਜਗ੍ਹਾ ਤੇ ਉਸੇ ਚਿੰਨ੍ਹ ਲਗਾ ਦਿੱਤਾ। ਹੁਣ ਬਾਬਾ ਨੇ ਕਿਹਾ ਅਸ਼ੋਕ ਤਾਂ ਕੋਈ ਹੋ ਨਹੀਂ ਸਕਦਾ। ਅਸ਼ੋਕ ਮਨਾ ਜਿਹਨੂੰ ਕੋਈ ਸ਼ੋਕ ਨਾ ਹੋਏ, ਜਿਹਨੂੰ ਕੋਈ ਦੁੱਖ ਨਾ ਹੋ। ਦੁਆਪਰ ਚ ਤਾਂ ਸ਼ੁਰੂ ਹੀ ਹੋ ਗਿਆ ਸ਼ੋਕ ਵਾਲਾ ਟਾਈਮ, ਦੁੱਖ ਵਾਲਾ, ਵਿਕਾਰਾਂ ਦਾ ਟਾਈਮ ਮਨਾ ਦੁੱਖ ਵਾਲਾ ਟਾਈਮ। ਸੋ ਬਾਬਾ ਨੇ ਕਿਹਾ ਨਾਮ ਰੱਖਤਾ ਅਸ਼ੋਕਾ ਹੋਟਲ, ਪਰ ਉੱਥੇ ਖਾਂਦੇ ਕੀ ਹੈ ਮਾਸ ਮਦਿਰਾ, ਜਾਨਵਰਾਂ ਨੂੰ ਕਿੰਨਾ ਦੁੱਖ ਦਿਨ ਪਹੁੰਚਾਉਂਦੇ ਔਰ ਨਾਮ ਰੱਖਾ ਅਸ਼ੋਕਾ ਹੋਟਲ। ਸੋ ਲੋਕਾਂ ਨੂੰ ਸਮਝ ਹੀ ਨਹੀਂ ਹੈ ਨਾ ਸਮਝ ਹੋਣ ਕਰਕੇ ਬੇਸਮਝ ਹੋ ਗਏ। ਬੇਸਮਝਿਆਂ ਨੂੰ ਸਮਝਾਓ। ਸੋ ਬਾਬਾ ਨੇ ਕਿਹਾ ਜਿਨ੍ਹਾਂ ਦੀ ਭਗਤੀ ਪੂਰੀ ਹੋ ਗਈ ਉਹ ਕੁਛ ਨਾ ਕੁਛ ਆ ਕੇ ਜ਼ਰੂਰ ਇਹ ਵਾਲੀ ਸਿੱਖਿਆ ਜੋ ਪਰਮਾਤਮਾ ਸੁਣਾ ਰਹੇ ਸੁਣਨਗੇ। ਇਹ ਚਿੱਤਰ ਤੇ ਬੜਾ ਕਲੀਅਰ ਸਮਝ ਆ ਜਾਂਦਾ। ਸੋ ਬ੍ਰਹਮਾ ਵਿਸ਼ਨੂੰ ਸ਼ੰਕਰ ਕੌਣ ਹੈ, ਇਹਨਾਂ ਦਾ ਜਨਮ ਕਦੋਂ ਹੋਇਆ। ਫਿਰ ਸ਼ਿਵ ਔਰ ਸ਼ੰਕਰ ਨੂੰ ਮਿਲਾ ਦਿੱਤਾ। ਸ਼ੰਕਰ ਨੂੰ ਦਿਖਾਤਾ ਜਟਾਵਾਂ ਚੋਂ ਪਾਣੀ ਨਿਕਲ ਰਿਹਾ, ਗਲੇ 'ਚ ਸੱਪ ਪਾਇਆ ਹੋਇਆ, ਸ਼ੇਰ ਦੀ ਖਲ ਤੇ ਬੈਠਾ ਹੋਇਆ ਔਰ ਕਮੰਡਲ ਫੜਿਆ, ਤ੍ਰਿਸ਼ੂਲ ਫੜਿਆ ਹੋਇਆ। ਫਿਰ ਸ਼ਿਵ ਸ਼ੰਕਰ ਨੂੰ ਮਿਲਾਤਾ। ਹੁਣ ਜੋ ਸ਼ੰਕਰ ਦਾ ਵਿਵਹਾਰ ਜਾਂ ਜੋ ਸ਼ੰਕਰ ਦਾ ਚੋਲਾ ਪਹਿਰਾਵਾ ਦਿਖਾਇਆ ਉਹ ਸਾਰੀ ਤਾਂ ਨਿਸ਼ਾਨੀ ਹੈ ਗਿਆਨ ਦੀ। ਗਿਆਨ ਗੰਗਾ ਨਿਕਲੀ, ਗਿਆਨ ਦੇ ਨਾਲ 5 ਵਿਕਾਰਾਂ ਨੂੰ ਕੰਟਰੋਲ ਕੀਤਾ ਤਾਂ ਸੱਪ ਗਲੇ 'ਚ ਦਿਖਾਤਾ। ਉਹਨੂੰ ਨੀਲਾ ਦਿਖਾਉਂਦੇ ਆ ਔਰ ਉਹਨੂੰ ਨਿਰਵਸਤਰ ਦਿਖਾਇਆ, ਮਤਲਬ ਕਿ ਅਸ਼ਰੀਰੀ ਬਣਨਾ। ਇਹ ਸਾਰੀਆਂ ਗੱਲਾਂ ਸਮਝਦੀਆਂ। ਸੋ ਬਾਬਾ ਕਹਿੰਦੇ ਤੁਸੀਂ ਇਹ ਗੱਲਾਂ ਸਮਝ ਕੇ ਦੂਜਿਆਂ ਨੂੰ ਸਮਝਾਓ ਕਿ ਭਾਰਤ ਕਿੱਦਾਂ ਉੱਤੇ ਚੜਿਆ ਸੀ ਤੇ ਹੁਣ ਭਾਰਤ ਦਾ ਡਾਊਨਫਾਲ ਆ, ਨੀਚੇ ਗਿਰਿਆ, ਹੁਣ ਫਿਰ ਉੱਚੇ ਚੜਨਾ। ਸੱਚੀ ਉન્નਤੀ ਤਾਂ ਸਤਯੁਗ 'ਚ ਹੀ ਹੁੰਦੀ ਹੈ। ਹੁਣ ਸਾਰਿਆਂ ਦਾ ਬੇੜਾ ਡੁੱਬਿਆ ਹੋਇਆ ਔਰ ਬਾਬਾ ਸ਼ਕਤੀ ਦੇ ਕੇ, ਗਿਆਨ ਦੇ ਕੇ ਸਾਰਿਆਂ ਦਾ ਬੇੜਾ ਪਾਰ ਕਰਦਾ। ਬਾਬਾ ਕਹਿੰਦਾ ਇਹੀ ਸਤਿ ਨਾਰਾਇਣ ਦੀ ਕਥਾ ਹੈ ਜੋ ਮੁਰਲੀ। ਬਾਕੀ ਸਿੱਖ ਲੋਕ ਮੇਲੇ ਨੂੰ ਨਹੀਂ ਮੰਨਦੇ, ਕੁੰਭ ਦੇ ਮੇਲੇ 'ਚ ਨਹੀਂ ਜਾਣਗੇ ਇਸ਼ਨਾਨ ਕਰਨ, ਪਰ ਇਸ਼ਨਾਨ ਤਾਂ ਕਰਦੇ ਹਨ। ਉਹ ਵੀ ਸਰੋਵਰਾਂ ਤੇ ਜਾਂਦੇ, ਉਹ ਸਰੋਵਰ ਤੇ ਜਾ ਕੇ ਇਸ਼ਨਾਨ ਕਰਦੇ। ਗੁਰਦੁਆਰਿਆਂ 'ਚ ਜਿਹੜੇ ਸਰੋਵਰ ਬਣੇ ਉੱਥੇ ਇਸ਼ਨਾਨ ਕਰਦੇ। ਉਹ ਲੋਕ ਮੇਲੇ 'ਚ ਜਾਂਦੇ। ਉਹ ਸਰੋਵਰ ਤੇ ਵੀ ਫਿਰ ਜਦੋਂ ਸਰੋਵਰ ਸਾਫ਼ ਕਰਦੇ, ਕਾਰ ਸੇਵਾ ਲੱਗਦੀ, ਵਿਦੇਸ਼ਾਂ 'ਚ ਲੋਕੀ ਜਾਂਦੇ, ਉਹ ਵੀ ਤਾਂ ਮੇਲਾ ਹੀ ਹੋ ਗਿਆ। ਸੋ ਉਹ ਚੀਜ਼ਾਂ ਕਰਦੇ। ਪਰ ਬਾਬਾ ਨੇ ਦੱਸਿਆ ਹੈ ਕਿ ਪਾਣੀ ਚਾਹੇ ਸਰੋਵਰ ਦਾ ਹੈ ਚਾਹੇ ਗੰਗਾ ਦਾ, ਪਵਿੱਤਰਤਾ ਉਹਦੇ ਨਾਲ ਹੋ ਨਹੀਂ ਸਕਦੀ। ਉਹਦੇ ਨਾਲ ਤਾਂ ਪਵਿੱਤਰ ਹੋ ਨਹੀਂ ਸਕਦਾ। ਸੋ ਬਾਬਾ ਨੇ ਕਿਹਾ ਸਤਯੁਗ 'ਚ ਨਦੀਆਂ ਬਿਲਕੁਲ ਸਾਫ਼ ਹੁੰਦੀਆਂ। ਇਹੀ ਗੰਗਾ ਹੋਏਗੀ, ਇਹੀ ਜਮੁਨਾ ਹੋਏਗੀ, ਪਰ ਕਿੰਨੀ ਪਵਿੱਤਰ ਹੋਏਗੀ। ਇਹ 'ਚ ਗੰਗਾ ਨੂੰ ਤਾਂ ਕਹਿੰਦੇ ਆ ਗੰਗਾ ਮੈਲੀ ਹੋ ਗਈ, ਪਾਪੀਆਂ ਦੇ ਪਾਪ ਧੁਲਦੇ ਧੁਲਦੇ, ਪਰ ਪਾਪ ਧੁਲੇ ਤਾਂ ਨਹੀਂ, ਪਾਪ ਤਾਂ ਹੋਰ ਹੀ ਚੜ ਦੇਗਾ। ਕਿਉਂਕਿ ਇੱਕ ਪਾਪੀ ਨੇ ਇਸ਼ਨਾਨ ਕੀਤਾ, ਦੂਜੇ ਨੇ ਕੀਤਾ, ਸਾਰੇ ਉਸੇ ਗੰਦੇ ਪਾਣੀ ਇਸ਼ਨਾਨ ਕਰੀ ਜਾ ਰਹੇ, ਫਿਰ ਤਾਂ ਹੋਰ ਹੀ ਗੰਦੇ ਹੋ ਗਏ ਨਾ। ਸਾਫ਼ ਕਿੱਥੋਂ ਹੋਏ? ਸਾਫ਼ ਕਰਦਾ ਪਰਮ ਪਿਤਾ ਪਰਮਾਤਮਾ, ਉਹ ਆਤਮਾ ਨੂੰ ਸਾਫ਼ ਕਰ ਤਾਂ ਗਿਆਨ ਅੰਮ੍ਰਿਤ ਕਹਿ ਦਿੱਤਾ। ਸੋ ਬਾਬਾ ਨੇ ਕਿਹਾ ਸ਼ਾਂਤੀ ਧਾਮ, ਪਵਿੱਤਰ ਧਾਮ, ਅਸੀਂ ਉੱਥੋਂ ਆਏ। ਅਸੀਂ ਉੱਥੋਂ ਉਤਰੇ ਜਦੋਂ ਨੀਚੇ ਤਾਂ ਬਿਲਕੁਲ ਆਤਮਾ ਪਵਿੱਤਰ ਆਈ ਸੀ। ਸਾਰੀਆਂ ਆਤਮਾ ਫਿਰ ਨੰਬਰਵਾਰ ਆਉਂਦੀਆਂ ਗਈ, ਜਿੱਦਾਂ ਜਿੱਦਾਂ ਗਈਆਂ ਉਦਾਂ ਉਦਾਂ ਆਉਂਦੀਆਂ, ਮਤਲਬ ਜਿਸ ਕੁਆਲਿਟੀ 'ਚ ਗਈ।
सतयुगी आत्मा बिल्कुल बाय इज्जत बिना सजा तो गई है, तो बाकी दूसरी सजा खा के गई और सतयुग चाहने वाली आत्मा नहीं। इस करके नंबर 1 पुरुषार्थ अनुसार अपने अपने टाइम नाल आत्मा नीचे आती है और उत्थे बिना किसी सहारे तो आत्मा बैठी हो, जिदा सितारे बैठे हुए ना दिखते हैं, इदा ही आत्मा उत्थे बैठती। सो बाबा ने कहा तुसी ये चित्र लैके चंगी तरह समझाओ कि राम सीता केड़े टाइम ते आए, लक्ष्मी नारायण केड़े टाइम ते आए। सारी महिमा तो एक दी होनी चाहिए है ना। ग्रंथ च तो लिखे ना, तिथवार ना जोगी जाने जा करता सृष्टि को साजे। जिन्हें सृष्टि साजी है सारी महिमा तो ओदी है, ओही जानता। पूजा भी ओदी होनी चाहिए, पर भक्ति जो शुरू होती है सारियां दी पूजा करना, कदी किसी दी पूजा कदी किसी दी पूजा। परमात्मा आके हुण गरीबां नूं साहूकार बनाता। साहूकार तो कह दिंदे ना साडा इत्थे ही स्वर्ग है, पर बाबा आके गरीब आत्मा नूं चुकदा, जिन्हां च ना ज्ञान सीगा, खाली हो गए सी। वर्ल्ड दी हिस्ट्री जोग्राफी बाबा ने सुनाई कि किद्दां लक्ष्मी नारायण दा पहला जन्म कित्थे सीगा और आखिरी जन्म च किद्दां। उन्हां दी हिस्ट्री जोग्राफी की है, भारत दी हिस्ट्री जोग्राफी की है, सारे कल्प दी हिस्ट्री जोग्राफी की है। एक निराकार परम पिता परमात्मा जो सारी आत्मा दा पिता, वो शरीर धारण करके ब्रह्मा दा शरीर धारण करके सिखांदा। वो कहंदा मैं परम धाम च रहने वाला हूं, मैनू भी शरीर लेना पैंदा। मैं हूं आत्मा, पर मैं हूं नॉलेजफुल। हुण कोई आशीर्वाद कृपा की गल नहीं, थोड़े काल थोड़े समय दी सुख दी भी गल नहीं। बाबा तो 21 जन्मां दा हाफ ऑफ द साइकिल दा सुख दे, इन्नी वड्डी प्राप्ति। सो बाबा कहंदे तुसी हुण अंगे अखा तिथि तारीख सारी सुना सकदे हो। सो बाबा तो मेहनत करा रहे, पर हुण जो तकदीर भी तो होनी चाहिए ना, हर एक ने बनना है। सत्यनारायण की कथा सुने, सुनने वाली गल नहीं है, वो मेरी ही कथा है, वो मेरी ही कथा। उहदे च लीलावती कलावती का गायन, कलावती माना 16 कला संपूर्ण बनना, लीलावती माना परमात्मा दी लीला नू जानना, अपने आप नू जानना, और उस खुशी च, उस रास च, उस मन जिहड़ा ना डांस कर रहा है ज्ञान सुन सुन। ये सत्यनारायण दी कथा, सच्ची सच्ची जड़े नर से नारायण, नारी तो लक्ष्मी बात। सो बाबा ने क्या मन मना भाव, सिर्फ एक मैनू याद करो, अपने मन नू मेरे च लगा लो, नहीं तो किसी होर च लगेगा तो ओदी शक्ति आएगी, पर भगवान च लगे, बाबा च लगे तो ओदी शक्ति है। सो बाबा ने क्या ब्रह्मा तन च आकर बाबा सुनांदा है 84 जन्मां दी कहानी के दी देवतावां, और फिर रिपीट होएगी। इसी करके इहनूं कथा कहता, जिहड़ी बार बार हूबहू सुनाई जाती। उन्होंने फिर किताबां च कहानियां लिख के सुनानियां शुरू कर दी, पर एक्चुअली तो ये मुरली ही सत्यनारायण दी कथा है। ਇਹਦੇ ਚ ਬਾਬਾ ਨੇ ਦੱਸਿਆ ਤੁਸੀਂ ਕਿੱਦਾਂ ਰਾਜ ਲਿੱਤਾ ਸੀ, ਕਿੱਦਾਂ ਰਾਜ ਗਵਾ ਦਿੱਤਾ, ਕਿੱਦਾਂ ਤੁਸੀਂ ਸੂਰਯਵੰਸ਼ੀ ਘਰਾਣੇ ਚ ਆਏ, ਚੰਦਰਵੰਸ਼ੀ ਚ ਆਏ, ਫਿਰ ਸ਼ੂਦਰ ਬਣ ਗਏ ਤਾਂ ਫਿਰ ਬ੍ਰਾਹਮਣ ਬਣੇ। ਇਹ ਬਾਬਾ ਹੀ ਦੱਸਦਾ ਸੱਚੀ ਸੱਚੀ ਗੱਲ। ਸਤਯੁਗ ਚ ਲక్ష్ਮੀ ਨਾਰਾਇਣ ਦੇ ਹੀਰੇ ਜਵਾਹਰ ਦੇ ਮਹਿਲ ਸੀ, ਫਿਰ ਚਲਦੇ ਚਲਦੇ ਖਾਦ ਪੈ ਗਈ ਤਾਂ ਖਾਦ ਨਿਕਲੇਗੀ ਕਿੱਦਾਂ? ਇੱਕ ਪਰਮਾਤਮਾ ਨੂੰ ਯਾਦ ਕਰਨਾ। ਬਾਬਾ ਬਾਰ ਬਾਰ ਕਹਿੰਦੇ ਮੈਨੂੰ ਯਾਦ ਕਰ। ਔਰ ਕਿਉਂ ਕੱਲ ਅਸੀਂ ਸੁਣ ਰਹੇ ਸੀਗੇ ਦਾਦੀ ਜੀ ਦੇ ਪੁਸ਼ਪਾ ਦਾ ਕਿ ਪਰਮਾਤਮਾ ਨੂੰ ਯਾਦ ਕਰਨ ਦੀ ਪ੍ਰਤੀਗਿਆ ਬੜੇ ਪਿਆਰ ਨਾਲ ਕੀਤੀ ਹੋਈ ਹੈ। ਬਸ ਬਾਬਾ ਜਿੱਥੇ ਤੂੰ ਬਿਠਾਏ ਉੱਥੇ ਬੈਠਣਾ। ਤਾਂ ਉਹਨੇ ਕਿਹਾ ਮੈਂ ਬੈਂਗਲੋਰ ਚ ਸੀਗੀ, ਠੰਡ ਦਾ ਟਾਈਮ ਸੀਗਾ, ਸੌਂਦੇ ਕਿੱਦਾਂ ਸੀਗੇ, ਨਾ ਥੱਲੇ ਚੱਦਰ ਸੀਗੀ ਵਿਛਾਣ ਲਈ, ਨਾ ਉੱਤੋਂ ਚੱਦਰ ਸੀਗੀ, ਬਸ ਪਰਮਾਤਮਾ ਦੀ ਯਾਦ, ਨਾ ਉੱਤੇ ਲੈਣ ਨੂੰ ਕੋਈ ਕੱਪੜਾ। ਬਾਬਾ ਦੀ ਯਾਦ ਨੇ ਦੂਸਰਿਆਂ ਨੂੰ ਟੱਚਿੰਗ ਦਿੱਤੀ ਕਿ ਤੁਸੀਂ ਉੱਥੇ ਜਾ ਕੇ ਬੈੱਡ ਦੇ ਕੇ ਆਓ। ਬਾਬਾ ਦੀ ਯਾਦ ਨੇ ਦੂਸਰਿਆਂ ਨੂੰ ਟੱਚਿੰਗ ਦਿੱਤੀ, ਉੱਥੇ ਜਾ ਕੇ ਭੋਜਨ ਦੇ ਕੇ ਆਓ। ਸੱਚੀਆਂ ਸੱਚੀਆਂ ਦੇਵੀਆਂ ਤਾਂ ਇੱਥੇ ਬੈਠੀ। ਸੋ ਇੱਕ ਬਾਬਾ ਨੂੰ ਯਾਦ ਕਰਨ ਨਾਲ ਬਾਕੀ ਸਾਰੇ ਕੰਮ ਬਾਬਾ ਕਰੇ। ਪਰ ਇਹ ਪ੍ਰੋਮਿਸ ਕਰ ਲਓ ਕਿ ਬਸ ਮੈਂ ਸਵਾਸ ਸਵਾਸ ਬਾਬਾ ਨੂੰ ਯਾਦ ਕਰ।
और ਉਹਦੇ ਨਾਲ ਕੀ ਫਾਇਦਾ, ਜਿਹੜੇ ਅੰਦਰ ਮੇਰੇ ਵਿਅਰਥ ਸੰਕਲਪ ਹੈ ਉਹ ਰੁਕ ਜਾਣਗੇ, ਜਿਹੜੇ ਮੇਰੇ ਅੰਦਰ ਖਾਦ ਜਮਾ ਹੋ ਗਈ ਹੈ, ਨੈਗੇਟਿਵ એનર્ਜੀ ਜਮਾ ਹੋ ਗਈ, ਉਹ ਘਟ ਜਾਏ, ਹੌਲੀ ਹੌਲੀ ਘਟਦੀ ਜਾਂਦੀ। ਸੋ ਚੰਗੇ ਤਰੀਕੇ ਦੇ ਨਾਲ, ਚੰਗੀ ਰੀਤੀ ਨਾਲ ਬੁੱਧੀ 'ਚ ਗੱਲਾਂ ਬਿਠਾਣੀਆਂ ਹੈ ਕਿ ਮੈਂ ਹੀ ਆ ਦੇਵ ਆਤਮਾ। ਬਾਬਾ ਮੈਨੂੰ ਆ ਕੇ ਬਾਰ-ਬਾਰ ਹਰ ਸਾਈਕਲ 'ਚ ਇਹ ਸੱਚੀ ਕਥਾ ਸੁਣਾਈ। ਬਾਬਾ ਮੈਨੂੰ ਸੁਣਾਤਾ, ਔਰ ਬਾਬਾ ਨੇ ਕਿਹਾ अब ਹੁਣ परमात्मा ਦੀ ਇੱਜ਼ਤ ਨਹੀਂ ਗਵਾਨੀ ਹੈ, ਬਹੁਤ ਮਿੱਠੇ ਹੋ ਕੇ ਰਹਿਣਾ, ਲੂਣ ਪਾਣੀ ਨਹੀਂ ਹੋਣਾ। ਸੈਂਟਰ ਤੇ ਰਹਿਣਾ ਕੋਈ ਵੱਡੀ ਗੱਲ ਨਹੀਂ ਹੈ, ਪਰ ਕੰਡੀਸ਼ਨਸ ਦੱਸੀਆਂ ਹੋਈਆਂ ਬਾਬਾ ਕਿ ਕਦੇ ਵੀ ਔਖੇ ਨਹੀਂ ਹੋਣਾ, ਇੱਕ ਦੂਜੇ ਨਾਲ ਲੜਨਾ ਨਹੀਂ ਹੈ, मनमत नहीं चलानी है, पर दर्शन पर चिंतन नहीं करना। निंदा कराओगे तो सतयुग की जगह नहीं मिलेगी। तो गायन है ना, सतगुरु का निंदक ठौर ना पाए। उन्होंने कहता गुरुओं वास्ते भक्तिमान, पर एक्चुअली तो परम पिता परमात्मा दी गल है ना। जे किसी ने परमात्मा दी गल ना मनी तो सतयुग च किदां गाए, ओदी यही सजा। बाबा कोई सजा दिंदा नहीं, वो अपने आप ही अलग हो गया। तो सच्ची कथा सुननी है ताकि बुद्धि च जड़ा झूठियां गल्लां फसियां होईयां ओ निकल जा। सो बाबा हर एक बच्चे नू सुधार रहे हैं। गृहस्थ व्यवहार च रहो, कमल फूल समान पवित्र बन जा। अच्छा, मिठे मिठे सिक्के लदे बच्चों प्रति मात पिता बाप दादा दा याद प्यार ते गुड मॉर्निंग। रूहानी बाप दी रूहानी बच्चों नू नमस्ते। नमस्ते बाबा, नमस्ते नमस्ते। धारणा ले मुख्य सारा, अंदरों तो झूठ निकल जाए उस वास्ते सत्य नारायण दी कथा सुननी भी है और सुनानी। कदी भी एहो जिहा व्यवहार नहीं करना कि जिहदे नाल परमात्मा दी निंदा हो। हाँ, लोकी कहन अच्छा ये ब्रह्मा कुमारी सा, ये तां खुद ही नहीं आपस च मिल के रहिंदे, इन्हां दे घर च तां आपस च लड़ाई बथेरी, ये किदां बीके हो सकदे, ये किदां परमात्मा नूं याद करदे। बाबा दी निंदा नहीं करानी, आपस च बहुत मिठा होके निर्विकारी होके रहना, कदी भी लूण पानी नहीं होना है, चंगे लक्षण धारण करने हैं, फिर सेवा करनी। अज दा वरदान है, ब्राह्मण जीवन च बधाइयां दी पालना द्वारा सदा वृद्धि नूं प्राप्त करने वाले पद्मा पदम भाग्यवान भव। संगम युग दा टाइम ही है खुशियां भरिया है, परमात्मा है ना, बधाइयां ही बधाइयां दे। बधाइयां देना माना अगे वधो, आत्माओं उत्ते चलो, अगे वधो, उड़ो। ब्राह्मण जीवन दी पालना दा आधार ही बधाइयां। किसी बच्चे नूं इदां ही कहते रहंदे ना, तू शाबाश बच्चे, हाँ बच्चे तू बहुत अच्छा तू कर सकदा। इदां बाबा सानू भी प्यार दे नाल अगे वधांदा रहंदा। बाप दे रूप च ये टाइम बधाइयां, हर समय बधाइयां दे। टीचर दे रूप च देखो तो हर समय शाबाश बच्चे, शाबाश, पढ़ो पढ़ो, पास विद ऑनर हो जाएंगे, तुसी कर सकदे हो। सतगुरु दे रूप च हर कर्म दी श्रेष्ठ दुआ मिलदी है, और उस दुआ दे नाल जीवन जेड़ा ना मौजां च खेलदे हैं, पूरा जीवन मौजां च, कंफ्यूजन नहीं है, मूंझ नहीं है, मौजां। सो बाबा ने क्या पद्मा पदम भाग्यवान बन जाने, क्योंकि परम पिता परमात्मा भाग्य विधाता अपना भाग बनाने दे तरीके दसदा। भाग्य विधाता माना तरीके दसदा, और तरीके की है साडे मर्यादाएं हैं, परमात्मा दी शिक्षाएं हैं। सो बाबा ने क्या थाड़ा संपूर्ण अधिकार है ये भाग प्राप्त करन दा, ये थाड़े ही भाग है। मैं दे रहा हूं, तुसी लो, पद्मा पदम बन जाओ, पद्मा पदम भाग्यवान। जिदा 10 एक दे अगे बिंदी लाने 10 बन जाता, 2 लाने 100 हो जाता, 3 लाने 1000 हो जाता। तो पद्मा पदम च किन्नियां बिंदियां लगदियां होणगियां, सोचो जा। 50 बिंदियां लगदियां, 60 लगदियां, 50,000 लगदियां, किन्नियां बिंदियां लगदियां। गल कित्थे दी है,
कि मैं एक गल परमात्मा दे नाल मैं प्रॉमिस किया, बाबा बाबा क्या सारा फुल स्टॉप। किन्नी वारी मैं दा फुल स्टॉप लगाया अपने थॉट्स, वो पद्मा पद्म दा भाग्य जमा हो गया, एक दे अगे बिंदी, एक दे अगे बिंदी। भाग्य विधाता ना वो विधि दस रहा, मैथड दस रहा, मैथड नु यूज करके पद्मा पद्म भाग्यवान बन जा, सब नु इक्को जिहा दे दे। स्लोगन है सच्ची सेवा द्वारा सारिਆਂ ਦੀ आशीर्वाद प्राप्त ਕਰਨ वाले ही तकदीरवान। सच्ची सेवा, रूहानियत दी सेवा, सच्ची सेवा, बाबा दा परिचय देना, बाबा दे नाल कनेक्ट करना, उन्हां दी आशीर्वाद सानू आपे ही आते। इस सीगे अज दे महावाक्य। हुण 2 मिनट बाबा दी याद च चलदे हैं। बाबा मैं पद्मा पदम भाग्यवान आत्मा हूं। अपने आप को देखो, बाबा दे नाल परम धाम च लाल आकाश, सुनहरा प्रकाश, शिव परमात्मा दे नाल ओ मेरा भाग्य विधाता मैनू पद्मा पदम पति बनाता, अपना साथ दे के उन्हां दी शुद्ध एनर्जी मेरे चांदी जा रही, जिहदे नाल मेरे सारे अंदर दे विकार खत्म हो, एकदम पवित्र हो, पवित्र जोत, पवित्र जोत में परमात्मा दी दुआएं आपे मिलदियां जा। ऐदा शक्ति पाके मैं वापस नीचे उतर। ओम शांति।